बिस्मिल्लाहिर्रहमानिर्रहीम नाज़रीन अस्सलाम वालेकुम। ਤੁਸੀਂ ਦੇਖਦੇ ਪਿਓ ਨਿਊਜ਼ ਟਾਈਮ ਤੇ ਨਿਊਜ਼ ਟਾਈਮ ਦੀ ਵੱਡੀਆਂ ਖਬਰਾਂ 'ਚ ਸਭ ਤੋਂ ਪਹਿਲੇ ਖਬਰ ਖਾਨ ਦੀ ਕੱਲ ਮੁਲਾਕਾਤ ਦਾ ਦਿਨ ਹੈ। ਕਿਆ ਮੁਲਾਕਾਤ ਕਰਾਈ ਜਾਏਗੀ? ਇਸ ਟਾਈਮ ਪੀਟੀਆਈ ਦੇ ਵਰਕਰਾਂ ਦਾ ਪੁਰਜ਼ੋਰ ਮੁਤਾਲਬਾ ਹੈ ਔਰ ਉਹਨਾਂ ਦਾ ਅਰਕਾਨੇ ਪਾਰਲੀਮੈਂਟ ਕੋ ਸੋਸ਼ਲ ਮੀਡੀਆ ਤੇ ਮੁਤਾਲਬਾ ਚੱਲ ਰਿਹਾ ਹੈ ਕਿ ਇਮਰਾਨ ਖਾਨ ਦੀ ਨਾਲ ਮੁਲਾਕਾਤ ਵਾਸਤੇ ਸਾਰੇ ਅਰਕਾਨੇ ਪਾਰਲੀਮੈਂਟ ਪਹੁੰਚਣ। ਔਰ ਤੇ ਦੂਜਾ, ਇਮਰਾਨ ਖਾਨ ਨੂੰ ਰਿਹਾ ਕਰੋ ਦੇ ਹਵਾਲੇ ਨਾਲ ਤਹਿਰੀਕ ਦਾ ਐਲਾਨ ਹੋ ਗਿਆ ਹੈ ਤੇ ਰੈਲੀਆਂ, ਧਰਨੇ, ਇਨਡੋਰ ਆਊਟਡੋਰ ਜਲਸੇ ਤੇ ਗ੍ਰੈਂਡ ਰੈਲੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਤੇ ਉਸ ਤੋਂ ਇਲਾਵਾ ਆਪਰੇਸ਼ਨ ਬਨਿਆਨ ਮਰਸੂਸ ਦੇ ਵਿੱਚ ਬਰੂਨੀ ਹਮਾਇਤ ਦੇ ਇਲਜ਼ਾਮਾਤ ਜਿਹੜੇ ਨੇ ਉਹ ਬਿਲਕੁਲ ਠੀਕ ਨਹੀਂ, ਫੀਲਡ ਮਾਰਸ਼ਲ ਨੇ ਕਹਿਤਾ। ਦੋ ਤਰਫਾ ਫੌਜੀ ਤਸਾਦਮ ਦੇ ਵਿੱਚ ਦੀਗਰ ਮੁਲਕਾਂ ਦੇ ਨੂੰ ਸ਼ਾਮਲ ਕਰਨਾ ਭਾਰਤ ਦੀ ਨਾਕਸ ਸਿਆਸੀ ਕੋਸ਼ਿਸ਼ ਸੀ। ਕਿਸੇ ਵੀ ਮੁਹਿੰਮਜੋਈ ਦਾ ਜਿਹੜਾ ਬਗੈਰ ਹਿਚਕਿਚਾਏ ਹੋਏ ਮੂੰਹ ਤੋੜ ਜਵਾਬ ਦਿੱਤਾ ਜਾਏਗਾ। ਆਰਮੀ ਚੀਫ ਦਾ ਐਨਡੀਯੂ ਨੂੰ ਦੇ ਵਿੱਚ ਖਿਤਾਬ। ਤੇ ਉਸ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਆਪਣੀਆਂ ਸਫਾਈਆਂ ਪੇਸ਼ ਕਰਨ ਲੱਗਾ ਹੈ। ਇਲੈਕਸ਼ਨ ਕਮਿਸ਼ਨ ਕਹਿੰਦਾ ਹੈ ਚੰਦ ਮਫਾਦ ਪ੍ਰਸਤ ਨਾਸਰ ਜਿਹੜੇ ਨੇ ਉਹ ਇਲੈਕਸ਼ਨ ਕਮਿਸ਼ਨ ਤੇ ਚੀਫ ਇਲੈਕਸ਼ਨ ਕਮਿਸ਼ਨਰ ਤੇ ਮੈਂਬਰਾਨੇ ਇਲੈਕਸ਼ਨ ਕਮਿਸ਼ਨ ਤੇ ਬੇਬੁਨਿਆਦ ਇਲਜ਼ਾਮਾਤ ਲਾਉਂਦੇ ਪਏ ਨੇ ਤੇ ਗੁੰਮਰਾਹ ਕੁਨ ਪ੍ਰਾਪੇਗੰਡਾ ਕਰ ਰਹੇ ਨੇ। ਹਾਲਾਂਕਿ ਇਹਨਾਂ ਦੀਆਂ ਮੁੱਤਾਂ ਪੂਰੀਆਂ ਹੋ ਗਈਆਂ ਨੇ ਲੇਕਿਨ ਵਾਪਸ ਜਾਣ ਨੂੰ ਇਹਨਾਂ ਦਾ ਦਿਲ ਨਹੀਂ ਕਰਦਾ ਪਿਆ। ਇਹ ਕਹਿੰਦੇ ਨੇ ਕਿ ਕੌਮ ਦਾ ਖੂਨ ਨਿਚੋੜ ਕੇ ਹੀ ਜਾਣਾ ਹੈ। ਤੇ ਦੂਸਰਾ, ਵਫਾਕ ਦੇ ਵਿੱਚ ਰਿਟਾਇਰਡ ਮੁਲਾਜ਼ਮੀਨ ਵਾਸਤੇ ਪੈਨਸ਼ਨ ਦੇ ਵਿੱਚ 7% ਇਜ਼ਾਫੇ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਤੇ ਉਹਨਾਂ ਨੇ ਕਿਹਾ ਹੈ ਇਸ ਤੋਂ ਪਹਿਲੇ ਮੁਲਾਜ਼ਮੀ ਦੀ ਤਨਖਾਹਾਂ ਦੇ ਵਿੱਚ ਇਜ਼ਾਫੇ ਤੇ 30% ਡਿਸਕ੍ਰੈਟਰੀ ਅਲਾਉਂਸ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸਨ। ਤੇ ਇਸ ਤੋਂ ਇਲਾਵਾ ਮੁਲਕ ਭਰ ਦੇ ਵਿੱਚ ਸ਼ਦੀਦ ਬਾਰਿਸ਼ਾਂ ਦੀ ਵਜ੍ਹਾ ਨਾਲ ਸੈਲਾਬੀ ਸੂਰਤ ਹਾਲ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦਰਿਆਏ ਕਾਬਲ, ਦਰਿਆਏ ਸਿੰਧ, ਦਰਿਆਏ ਚਨਾਬ ਤੇ ਜੇਹਲਮ ਦੇ ਪਾਣੀ ਦੀ ਸਤਹ ਦੇ ਵਿੱਚ ਇਜ਼ਾਫਾ ਮੁਤਵੱਕਾ ਹੈ। ਤੇ ਉਸ ਤੋਂ ਇਲਾਵਾ ਬ੍ਰਿਕਸ ਇਤਿਹਾਦ ਨੇ ਗਜ਼ਾ ਨੂੰ ਫਲਸਤੀਨ ਦਾ ਨਾਕਾਬਲੇ ਤਕਸੀਮ ਹਿੱਸਾ ਕਰਾਰ ਦੇ ਦਿੱਤਾ ਹੈ। ਬ੍ਰਿਕਸ ਇਤਿਹਾਦ ਨੇ ਆਲਮੀ ਬਰਾਦਰੀ ਨਾਲ ਮੁਤਾਲਬਾ ਕੀਤਾ ਹੈ ਕਿ ਫੌਰੀ ਤੇ ਮੁਸਤਕਿਲ ਤੇ ਗੈਰ ਮਸ਼ਰੂਤ ਜੰਗਬੰਦੀ ਵਾਸਤੇ ਨੇਕ ਨੀਤੀ ਨਾਲ ਮੁਜ਼ਾਕਰਾਤ ਕੀਤੇ ਜਾਣ। ਤੇ ਇੱਕ ਹੋਰ ਵੱਡੀ ਖਬਰ, ਹਜ਼ਰਤ ਈਸਾ ਦਾ ਦਾਵਾ ਕਰਨ ਵਾਲਾ ਦੂਜੇ ਜਨਮ ਦਾ ਉਹ ਜਿਹੜਾ ਹੈ ਉਹਨੂੰ 12 ਸਾਲ ਕੈਦ ਸੁਣਾਤੀ ਗਈ ਹੈ। ਹਜ਼ਰਤ ਈਸਾ ਦੇ ਦੂਸਰੇ ਜਨਮ ਦਾ ਦਾਅਵੇਦਾਰ ਜਿਹੜਾ ਬੰਦਾ ਹੈ ਉਹਨੂੰ 12 ਸਾਲ ਕੈਦ ਸੁਣਾਈ ਗਈ ਹੈ। ਇਹਦਾ ਨਾਂ ਸਰਗਈ ਟੋਪ ਹੈ ਤੇ ਇਹ ਖੁਦ ਨੂੰ ਵਿਸਾਰਿਓਨ ਕਲਾਉਂਦਾ ਹੈ। 1990 ਦੀ ਦਿਹਾਈ ਦੇ ਵਿੱਚ ਇਹਨੇ ਇੱਕ ਨਵਾਂ ਫਿਰਕਾ ਵੀ ਕਾਇਮ ਕੀਤਾ ਸੀ ਤੇ ਹੁਣ ਇਹਨੇ ਹਜ਼ਰਤ ਈਸਾ ਅਲੈਹਿਸਲਾਮ ਦਾ ਕਿਹਾ ਕਿ ਦੂਸਰਾ ਜਨਮ ਆ ਮੈਂ। ਤੇ ਇਸ ਤੋਂ ਇਲਾਵਾ ਜਿਹੜਾ ਇਹ ਕਤਰ ਨੇ ਇਸਰਾਈਲ ਤੇ ਹਮਾਸ ਦੇ ਦਰਮਿਆਨ ਮੁਜ਼ਾਕਰਾਤ ਜਿਹੜੇ ਨੇ ਉਹ ਹੋ ਰਹੇ ਸਨ ਉਹ ਨਾਕਾਮ ਹੋ ਗਏ ਨੇ। ਅਮਰੀਕੀ ਸਦਰ ਡੋਨਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਇਸਰਾਈਲ 60 ਦਿਨ ਦੀ ਜੰਗਬੰਦੀ ਵਾਸਤੇ ਤਿਆਰ ਹੋ ਗਿਆ ਹੈ ਲੇਕਿਨ ਹਾਲੇ ਤੱਕ ਇਹਦੇ ਚੋਂ ਕੁਝ ਨਹੀਂ ਨਿਕਲਿਆ। ਤੇ ਅਮਰੀਕੀ ਰਿਆਸਤ ਟੈਕਸਾਸ ਦੇ ਵਿੱਚ ਹੋਲਨਾਕ ਸੈਲਾਬ ਨੇ 78 ਅਫਰਾਦ ਹਲਾਕ ਕਰ ਦਿੱਤੇ ਨੇ। ਸਮਰ ਕੈਂਪ ਦੀ 10 ਕੁੜੀਆਂ ਜਿਹੜੀਆਂ ਨੇ ਉਹ ਲਾਪਤਾ ਵੀ ਹੋ ਗਈਆਂ ਨੇ। ਸੈਲਾਬ ਸਭ ਤੋਂ ਜ਼ਿਆਦਾ ਮੁਤਾਸਰ ਕਰਨ ਵਾਲਾ ਇਲਾਕਾ ਕੈਰ ਕਾਉਂਟੀ ਹੈ ਜਿਹਦੇ 'ਚ 68 ਅਫਰਾਦ ਦੀ ਹਲਾਕਤ ਦੀ ਤਸਦੀਕ ਹੋਈ ਹੈ। ਤੇ ਉਸ ਤੋਂ ਇਲਾਵਾ ਤਾਈਵਾਨ ਦੇ ਵਿੱਚ ਤੂਫਾਨ ਦਾ ਨਾਸ ਨੇ ਤਾਈਵਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ, ਤਬਾਹੀ ਫੇਰ ਕੇ ਰੱਖ ਦਿੱਤੀ ਹੈ। ਉਹਦੇ ਵਿੱਚ 2 ਅਫਰਾਦ ਹਲਾਕ ਹੋਏ ਨੇ ਤੇ 330 ਤੋਂ ਜ਼ਿਆਦਾ ਜ਼ਖਮੀ ਹੋਏ ਨੇ। 220 ਕਿਲੋਮੀਟਰ ਫੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨੇ 700 ਤੋਂ ਜ਼ਿਆਦਾ ਦਰਖਤ ਤੇ ਸੜਕ ਦੇ ਇਸ਼ਾਰੇ ਉਖਾੜ ਦਿੱਤੇ ਨੇ। ਔਰ ਇਸ ਤੋਂ ਇਲਾਵਾ ਟਰੰਪ ਨੇ ਫੇਰ ਇੱਕ ਵਾਰੀ ਧਮਕੀ ਦੇ ਦਿੱਤੀ ਹੈ। ਟਰੰਪ ਨੇ ਫਿਰ ਕਿਹਾ ਹੈ ਕਿ ਟਰੰਪ ਨੇ ਬ੍ਰਿਕਸ ਨੂੰ ਖੁੱਲੀ ਧਮਕੀ ਦਿੱਤੀ ਹੈ। ਜਿਹੜੇ ਮਮਾਲਕ ਉਹਨੇ ਸ਼ਿਰਕਤ ਕੀਤੀ ਹੈ ਜਿਨ੍ਹਾਂ ਮੁਲਕਾਂ ਨੇ ਸ਼ਿਰਕਤ ਕੀਤੀ ਉਹਨਾਂ ਨੂੰ ਅਮਰੀਕਾ ਨੇ ਕਿਹਾ ਹੈ ਕਿ ਅਮਰੀਕਾ ਮੁਖਾਲਫ ਪਾਲਿਸੀ ਤੇ 10% ਅਸੀਂ ਇਜ਼ਾਫੀ ਟੈਰਿਫ ਲਾਵਾਂਗੇ। ਇਹ ਬਿਆਨ ਉਸ ਵਕਤ ਸਾਹਮਣੇ ਆਇਆ ਜਦੋਂ ਬ੍ਰਿਕਸ ਨੇ ਈਰਾਨ ਦੇ ਉੱਤੇ ਅਮਰੀਕਾ ਤੇ ਇਸਰਾਈਲ ਦੇ ਹਮਲਿਆਂ ਦੀ ਮਜ਼ੰਮਤ ਕੀਤੀ ਹੈ। ਹੁਣ ਤੱਕ ਲਈ ਨਾਜ਼ਰੀਨ ਨਹੀਂ, ਅਗਲੀ ਵੀਡੀਓ ਤੱਕ ਇਜਾਜ਼ਤ ਦਿਓ। ਅੱਲਾਹ ਹਾਫਿਜ਼।